सतनाम करता पुरख निर्भय निर्वैर अकाल मूरत अजूनी सैभं गुर प्रसाद जप। आद सच जुगाद सच है भी सच। नानक होसी भी सच। कहाँ बुद्ध प्रभ तुच्छ हमारी बरन सकै महिमा जो तिहारी। हम ना सकत कर सिफत तुम्हारी आप लिहो तुम कथा सुधारी। पिता जन्म जिम पूत न पावै कहाँ तवन का भेद बतावै। कहाँ लग ए कीट बखानै महिमा तोर तुम्ही प्रभ जानै बेशुमार। अथाह अगणत अतुल्य ज्यों बुलावो त्यों नानक दास बोले। सतनाम श्री वाहिगुरु साहिब जी। श्लोक महला तीजा। बिन सतगुर सेवे जी के बंधना विच होमै कर्म कमाए। बिन सतगुर सेवे ठौर ना पावई मर जमै आवे जाए। बिन सतगुर सेवे फिक्का बोलना नाम न वसै मन माए। नानक बिन सतगुर सेवे जमपुर बद्धे मारियन मुँह कालै उठ जाए। नानक बिन सतगुर सेवे जमपुर बद्धे मारियन मुँह कालै उठ जाए। वाहिगुरु जी का खालसा वाहिगुरु जी की फतेह। परम सत्कारयोग सतगुरु जी की साजी निवाजी गुरु रूप गुरु खालसा साध संगत जीओ। इस पावन स्थान ते गुरबाणी की जो लड़ीवार कथा चल रही है तिसदे तहत राग बड़हंस दी वार विचों इस समय आप जी ने सतगुरु जी के अमृत वचन सरवण कीते हैं। गुरबाणी दे विच सतगुरु जी जो तमाम लोकाई नूं सारे ही संसार दे मनुखां नूं गुरु पातशाह जी उपदेश कर रहे हैं वो ये है कि गुरु वाले बन के बंदगी बड़ी करनी लाजमी है। जिवें अज वेखो सारे ही संसार दे विच जिन्ने भी देश हन सारे देश मुल्क लोग इस गल नाल सहमत हन कि पढ़ाई बड़ी ही लाजमी है। ते जिहड़ा देश जिस देश दे लोग इस गल वल ज़्यादा तवज्जो देंदे ने वो दुनिया विच अगे हो जाते हैं।
ਤੋ ਸਾਰੇ ਸੰਸਾਰ ਦੇ ਵਿੱਚ ਅੱਜ ਇਹ ਗੱਲ ਜਿਹੜੀ ਹੈ ਪ੍ਰਚਲਿਤ ਹੈ ਕਿ ਪੜ੍ਹਾਈ ਬੜੀ ਹੀ ਲਾਜ਼ਮੀ ਹੈ, ਵਿਦਿਆ ਬੜੀ ਹੀ ਲਾਜ਼ਮੀ ਹੈ ਮਨੁੱਖਾਂ ਵਾਸਤੇ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਭਾਵੇਂ ਕਿਸੇ ਵੀ ਦੇਸ਼ ਦਾ ਮਨੁੱਖ ਹੋਵੇ, ਬੰਦਗੀ ਬੜੀ ਜ਼ਰੂਰੀ ਹੈ, ਸਿਮਰਨ ਕਰਨਾ ਜ਼ਰੂਰੀ ਹੈ ਗੁਰੂ ਵਾਲੇ ਬਣ ਕੇ। ਪੜ੍ਹਾਈ ਤੋਂ ਬਿਨਾਂ ਜਿਵੇਂ ਮਨੁੱਖ ਕਿਸੇ ਵੀ ਦੇਸ਼ ਦਾ ਵਾਸੀ ਹੋਵੇ, ਉਹਦੀ ਕੋਈ ਕਦਰੋ ਕੀਮਤ ਨਹੀਂ ਰਹਿ ਜਾਂਦੀ। ਜੇਕਰ ਉਹ ਦੁਨੀਆ ਵਿੱਚ ਤਰੱਕੀ ਚਾਹੁੰਦਾ ਹੈ, ਸੁੱਖ ਚਾਹੁੰਦਾ ਹੈ, ਤੇ ਉਹਨੂੰ ਪੜ੍ਹਾਈ ਕਰਨੀ ਪਵੇਗੀ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਭਾਈ ਵਾਹਿਗੁਰੂ ਦਾ ਨਾਮ ਜਪਣਾ ਵੀ ਲਾਜ਼ਮੀ ਹੈ। ਤੇ ਜਿਹੜਾ ਮਨੁੱਖ ਵਾਹਿਗੁਰੂ ਦਾ ਨਾਮ ਨਹੀਂ ਜਪਦਾ, ਬੰਦਗੀ ਨਹੀਂ ਕਰਦਾ, ਹੋਰ ਕਰਮ ਕਰੀ ਜਾਂਦਾ ਹੈ, ਉਹ ਜੀਵ ਬੰਧਨਾਂ ਵਿੱਚ ਹੀ ਪਿਆ ਰਹਿੰਦਾ ਹੈ, ਦੁਖੀ ਹੁੰਦਾ ਹੈ। ਸਾਹਿਬ ਸੱਚੇ ਪਾਤਸ਼ਾਹ ਪਾਵਨ ਬਾਣੀ ਦੁਆਰਾ ਇਸ ਤਰ੍ਹਾਂ ਉਪਦੇਸ਼ ਕਰ ਰਹੇ ਹਨ। ਗੁਰਮੁਖਾਂ ਦੀ ਰਹੁ ਰੀਤੀ ਵੀ ਅੱਗੇ ਬਿਆਨ ਕੀਤੀ ਹੈ। ਆਓ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਸ਼ਲੋਕ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਪਣੀ ਮੁਬਾਰਕ ਰਸਨਾ ਤੋਂ ਫਰਮਾਨ ਕਰ ਰਹੇ ਨੇ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਵਿੱਚ ਹੋਮੈ ਕਰਮ ਕਮਾਏ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦਾ ਜੋ ਪ੍ਰਕਾਸ਼ ਗੁਰਪੁਰਬ ਹੈ ਉਹ 15 ਮਈ ਨੂੰ ਆ ਰਿਹਾ ਹੈ। ਗੁਰੂ ਅਮਰਦਾਸ ਮਹਾਰਾਜ ਜੀ, ਉਹਨਾਂ ਦਾ ਜੀਵਨ ਪੜ੍ਹੋ। ਉਹ ਆਪ ਆਪਣੇ ਤਨ ਤੇ ਇਸ ਗੱਲ ਨੂੰ ਹੰਢਾਇਆ ਹੈ ਕਿ ਸੱਚੇ ਸਤਿਗੁਰੂ ਤੋਂ ਬਿਨਾਂ ਪਹਿਲਾਂ ਉਹ ਤੀਰਥਾਂ ਦੀ ਯਾਤਰਾ ਕਰਨ ਜਾਇਆ ਕਰਦੇ ਸਨ। ਤਕਰੀਬਨ 22 ਸਾਲ ਦਾ ਜ਼ਿਕਰ ਆਉਂਦਾ ਹੈ ਕਿ 22 ਸਾਲ ਉਹ ਹਰ ਸਾਲ ਬੜੇ ਨੇਮ ਨਾਲ ਯਾਤਰਾ ਜਾਂਦੇ ਰਹੇ। ਤੇ ਜਦੋਂ ਅਖੀਰਲੀ ਵਾਰ ਗਏ ਤੇ ਉਹਨਾਂ ਨੂੰ ਇੱਕ ਸੰਨਿਆਸੀ ਦੇ ਨਾਲ ਮਿਲਾਪ ਹੋ ਗਿਆ। ਰਸਤੇ ਵਿੱਚ ਆਉਂਦਿਆਂ ਬੜਾ ਪਿਆਰ ਬਣ ਗਿਆ। ਤੇ ਜਦੋਂ ਰਾਤ ਰੁਕੇ ਤੇ ਆਪਸ ਵਿੱਚ ਗੱਲਬਾਤ ਹੋਈ ਤੇ ਉਹਨੇ ਪੁੱਛ ਲਿਆ, ਤੁਹਾਡਾ ਗੁਰੂ ਕੌਣ ਹੈ? ਧੰਨ ਗੁਰੂ ਅਮਰਦਾਸ ਮਹਾਰਾਜ ਜੀ ਅਜੇ ਜੋ ਗੁਰੂ ਨਹੀਂ ਬਣੇ ਸਨ, ਬਲਕਿ ਗੁਰੂ ਘਰ ਵਿੱਚ ਆਏ ਵੀ ਨਹੀਂ ਸਨ। ਉਹ ਕਹਿੰਦੇ ਅਸੀਂ ਇਹ ਕਰਮ ਕਰਦੇ ਹਾਂ, ਅਜੇ ਗੁਰੂ ਦੀ ਕੀ ਲੋੜ ਹੈ? ਅਸੀਂ ਕੋਈ ਮਾੜਾ ਕਰਮ ਨਹੀਂ ਕਰਦੇ, ਗੁਰੂ ਦੀ ਕੀ ਲੋੜ ਹੈ? ਕੋਈ ਲੋੜ ਨਹੀਂ ਹੈ ਗੁਰੂ ਦੀ। ਜਦ ਬੰਦਾ ਚੰਗੇ ਕਰਮ ਕਰ ਰਿਹਾ ਜਾਂ ਇਸ ਤਰ੍ਹਾਂ ਦੇ ਕਰਮ ਕਰ ਰਿਹਾ ਹੈ ਤਾਂ ਉਹ ਸੰਨਿਆਸੀ ਕਹਿਣ ਲੱਗਾ, ਮੇਰਾ ਤਾਂ ਸਾਰਾ ਜੀਵਨ ਦਾ ਕੀਤਾ ਹੋਇਆ ਜਪ ਤਪ ਬੰਦਗੀ ਵਿਅਰਥ ਚਲੇਗੀ, ਕਿਉਂਕਿ ਨਿਗੁਰੇ ਦੀ ਸੰਗਤ ਕਰ ਲਈ ਹੈ। ਇਸ ਗੱਲ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਮਨ ਤੇ ਬੜੀ ਚੋਟ ਕੀਤੀ। ਉਹਨਾਂ ਦੇ ਭਰਾ ਦੇ ਘਰ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ ਬੀਬੀ ਅਮਰੋ ਵਿਆਹੀ ਹੋਈ ਸੀ। ਤੇ ਬੀਬੀ ਅਮਰੋ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਨਾ, ਨਾਮ ਜਪਣਾ, ਉਹਨਾਂ ਦੇ ਪਾਸੋਂ ਹੀ ਬਾਣੀ ਸੁਣ ਕੇ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਅੰਗਦ ਦੇਵ ਜੀ ਦੇ ਕੋਲ ਆਏ। ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਜਦੋਂ ਅੱਗੋਂ ਉੱਠ ਕੇ ਸਤਿਕਾਰ ਕੀਤਾ ਵੀ ਸਾਡੇ ਕੁੜਮ ਲੱਗਦੇ ਨੇ, ਉਸ ਸਮੇਂ ਗੁਰੂ ਅਮਰਦਾਸ ਜੀ ਚਰਨਾਂ ਤੇ ਢਹਿ ਪਏ, ਕਹਿਣ ਲੱਗੇ ਅੱਜ ਕੁੜਮ ਬਣ ਕੇ ਨਹੀਂ ਆਇਆ, ਅੱਜ ਮੈਂ ਤੁਹਾਡਾ ਸਿੱਖ ਬਣ ਕੇ ਆਇਆ ਹਾਂ, ਸੇਵਾਦਾਰ ਬਣ ਕੇ ਆਇਆ ਹਾਂ, ਮੈਨੂੰ ਆਪਣਾ ਸਿੱਖ ਬਣਾ ਲਵੋ। ਕਿਉਂਕਿ ਪਤਾ ਲੱਗ ਗਿਆ ਸੀ ਜੀਵਨ ਸੱਚੇ ਸਤਿਗੁਰੂ ਤੋਂ ਬਿਨਾਂ ਵਿਅਰਥ ਹੈ।
ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਪਣੀ ਮੁਬਾਰਕ ਰਸਨਾ ਤੋਂ ਫਰਮਾਨ ਕਰਦੇ ਨੇ, ਇਸ ਸੰਸਾਰ ਦੇ ਲੋਕੋ ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ। ਸੱਚੇ ਸਤਿਗੁਰੂ ਦੀ ਸੇਵਾ ਤੋਂ ਬਿਨਾਂ ਮਨੁੱਖ ਹੋਰ ਕਰਮ ਕਰੀ ਜਾਵੇ, ਤੀਰਥਾਂ ਤੇ ਜਾਵੇ, ਦਾਨ ਪੁੰਨ ਕਰੇ, ਹੋਰ ਕਰਮ ਕਰੀ ਜਾਵੇ, ਉਹ ਸਭ ਇਹਨੂੰ ਬੰਧਨ ਰੂਪ ਬਣ ਜਾਂਦੇ ਹਨ। ਉਹਦਾ ਕਾਰਨ ਸੱਚੇ ਸਤਿਗੁਰੂ ਤੋਂ ਬਿਨਾਂ ਸਾਡੇ ਅੰਦਰੋਂ ਹਉਮੈ ਨਹੀਂ ਜਾਂਦੀ, ਤੇ ਜੀਵ ਜਿੰਨੇ ਵੀ ਕਰਮ ਕਰਦਾ ਹੈ ਉਹਨਾਂ ਕਰਮਾਂ ਦੀ ਫਿਰ ਹਉਮੈ ਕਰਨ ਲੱਗ ਜਾਂਦਾ ਹੈ। ਉਹ ਹਉਮੈ ਹੀ ਜਿਹੜੀ ਹੈ ਉਹ ਸਾਰੇ ਕਰਮ ਫਿਰ ਬੰਧਨ ਰੂਪ ਬਣ ਜਾਂਦੇ ਹਨ। ਤੋ ਮਹਾਰਾਜ ਕਹਿੰਦੇ ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਵਿੱਚ ਹਉਮੈ ਕਰਮ ਕਮਾਏ। ਸੱਚਾ ਸਤਿਗੁਰੂ ਸਾਡੇ ਅੰਦਰੋਂ ਹਉਮੈ ਦੀ ਨਿਵਰਤੀ ਕਰਦਾ ਹੈ, ਤੇ ਜੇ ਹਉਮੈ ਦੀ ਨਿਵਰਤੀ ਨਹੀਂ ਹੋਈ, ਗੁਰੂ ਤੋਂ ਬਿਨਾਂ ਕੋਈ ਹਉਮੈ ਨੂੰ ਖਤਮ ਨਹੀਂ ਕਰ ਸਕਦਾ, ਤੇ ਜੀਵ ਹਉਮੈ ਦੇ ਵਿੱਚ ਜਿੰਨੇ ਵੀ ਕਰਮ ਕਰਦਾ ਹੈ ਉਹ ਸਾਰੇ ਬੰਧਨ ਰੂਪ ਹੋ ਜਾਂਦੇ ਨੇ। ਮਹਾਰਾਜ ਜੀ ਦੇ ਜਿਵੇਂ ਬਚਨ ਹਨ, ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ ਦੋਏ ਪਾ ਚੜ੍ਹੀਅਸ ਹੋਰ। ਇੱਕ ਮੈਲ ਲੈ ਗਈ ਹੋਰ ਦੂਣੀ ਮੈਲ ਲੱਗ ਗਈ ਉਹ ਹਉਮੈ ਦੀ ਵੀ, ਮੈਂ ਤੇ ਤੀਰਥਾਂ ਤੇ ਗਿਆ ਸੀ, ਮੈਂ ਇੰਨਾ ਸਮਾਂ ਇੰਨਾ ਨੇਮ ਨਿਭਾਇਆ ਹੈ, ਹਉਮੈ ਦੀ ਮੈਲ ਲੱਗ ਜਾਂਦੀ ਹੈ। ਪਾਤਸ਼ਾਹ ਫਰਮਾਨ ਕਰਦੇ ਨੇ ਬਿਨ ਸਤਿਗੁਰ ਸੇਵੇ ਠੌਰ ਨਾ ਪਾਵਈ, ਮਰ ਜੰਮੈ ਆਵੈ ਜਾਏ। ਸਤਿਗੁਰੂ ਦੀ ਸੇਵਾ ਤੋਂ ਬਿਨਾਂ ਜੀਵ ਨੂੰ ਥਾਂ ਨਹੀਂ ਮਿਲਦੀ। ਤੇ ਮਹਾਰਾਜ ਕਹਿੰਦੇ ਮਰ ਜੰਮੈ ਆਵੈ ਜਾਏ, ਜੀ ਵਾਰ ਜੰਮਦਾ ਅਤੇ ਮਰਦਾ ਰਹਿੰਦਾ ਹੈ। ਜਦੋਂ ਤੱਕ ਸੱਚੇ ਸਤਿਗੁਰੂ ਦੀ ਸੇਵਾ ਨਹੀਂ ਕਰਦਾ, ਹੁਕਮ ਨਹੀਂ ਮੰਨਦਾ, ਉਦੋਂ ਤੱਕ ਇਹ ਜੀਵ ਦਾ ਆਵਾਗਾਵਨ ਬਣਿਆ ਰਹਿੰਦਾ ਹੈ, ਜੰਮਦਾ ਮਰਦਾ ਰਹਿੰਦਾ ਹੈ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਮਾਏ। ਸੱਚੇ ਸਤਿਗੁਰੂ ਦੀ ਸੇਵਾ ਤੋਂ ਬਿਨਾਂ ਇਹ ਜੀਵ ਜਿੰਨਾ ਵੀ ਬੋਲੇ, ਗਿਆਨ ਦੀਆਂ ਗੱਲਾਂ ਕਰੇ, ਉਹ ਫਿੱਕੀਆਂ ਹਨ, ਥੋਥੀਆਂ ਹਨ। ਜਿਵੇਂ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਬਚਨ ਆਉਂਦੇ ਨੇ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਸਿਮਰਨ ਤੋਂ ਬਿਨਾ ਸਾਰੀਆਂ ਗੱਲਾਂ ਹੋਛੀਆਂ ਨੇ, ਥੋਥੀਆਂ ਨੇ, ਫੋਕੀਆਂ ਨੇ। ਨਾਮ ਮਨ ਵਿੱਚ ਨਹੀਂ ਵਸਦਾ। ਜਿਹੜਾ ਆਪਾਂ ਬੋਲਦੇ ਹਾਂ ਗੁਰਮੁਖੋ, ਜਿੰਨਾ ਮਰਜ਼ੀ ਗਿਆਨ ਦੀਆਂ ਗੱਲਾਂ ਕਰੀ ਜਾਈਏ, ਫੋਕੀਆਂ ਕਿਸੇ ਕੰਮ ਨਹੀਂ ਹਨ। ਪਰ ਜਦੋਂ ਆਪਾਂ ਗੁਰੂ ਦੀ ਮੱਤ ਲੈ ਕੇ ਨਾਮ ਜਪਣ ਲੱਗ ਪਏ, ਸਿਮਰਨ ਕਰਨ ਲੱਗ ਪਏ, ਇਹਨਾਂ ਗੱਲਾਂ ਦੇ ਵਿੱਚ ਰਸ ਆ ਜਾਵੇਗਾ। ਇਹ ਬਚਨ ਰਸ ਨਾਲ ਭਰ ਜਾਣਗੇ। ਉਹਨਾਂ ਬਾਰੇ ਹੀ ਮਹਾਰਾਜ ਜੀ ਨੇ ਆਖਿਆ ਹੈ, ਬਾਣੀ ਉਚਰੈ ਸਾਧ ਜਨ, ਅਮਿਓ ਚੱਲੈ ਝਰਨੇ। ਉਹ ਬਾਣੀ ਬੋਲਦੇ ਨੇ, ਜਿਹੜਾ ਬੋਲਣ ਦਾ ਭਾਵ ਅੱਖਰ ਹਨ, ਇਹ ਬਾਣੀ ਇਹਨਾਂ ਨੂੰ ਕਿਹਾ ਗਿਆ ਹੈ। ਹੋਰ ਜਿੰਨਾ ਮਰਜ਼ੀ ਕੋਈ ਬੋਲੀ ਜਾਵੇ ਉਹਦਾ ਅਸਰ ਨਹੀਂ ਹੁੰਦਾ, ਪਰ ਜਦੋਂ ਕੋਈ ਕਮਾਈ ਵਾਲਾ ਬੋਲਦਾ ਹੈ ਉਹਦਾ ਬੜਾ ਗਹਿਰਾ ਅਸਰ ਹੁੰਦਾ ਹੈ। ਨਾਨਕ ਬਿਨ ਸਤਿਗੁਰ ਸੇਵੇ ਜੰਪੁਰ ਬੱਧੇ ਮਾਰੀਅਨ, ਮੂੰਹ ਕਾਲੈ ਉੱਠ ਜਾਏ। ਬਿਨ ਸਤਿਗੁਰੂ ਦੀ ਸੇਵਾ ਤੋਂ ਬਿਨਾਂ ਜੀਵ ਜਾਮਾਂ ਦੀ ਪੁਰੀ ਵਿੱਚ ਬੰਨ੍ਹ ਕੇ ਕੁੱਟੇ ਜਾਂਦੇ ਹਨ। ਨਾਨਕ ਬਿਨ ਸਤਿਗੁਰ ਸੇਵੇ ਜੰਮਪੁਰ ਬੱਧੇ ਮਾਰੀਅਨ, ਮੂੰਹ ਕਾਲੈ ਉੱਠ ਜਾਏ। ਸੰਸਾਰ ਤੋਂ ਕਾਲਾ ਮੂੰਹ ਲੈ ਕੇ ਭਾਵ ਬੇਇੱਜ਼ਤੀ ਕਰਵਾ ਕੇ ਚਲੇ ਜਾਂਦੇ ਨੇ। ਸੰਸਾਰ ਦੇ ਲੋਕ ਵੀ ਕਹਿੰਦੇ ਨੇ ਆਇਆ ਤੇ ਸੀ, ਪਰ ਜੀਵਨ ਵਿਅਰਥ ਹੀ ਗਵਾ ਕੇ ਚਲਾ ਗਿਆ ਹੈ। ਬੰਦਗੀ ਨਹੀਂ ਕੀਤੀ, ਨਾਮ ਨਹੀਂ ਜਪਿਆ। ਮਹਾਰਾਜ ਕਹਿੰਦੇ ਮੂੰਹ ਤੇ ਕਾਲਖ ਹੀ ਲਗਾ ਕੇ ਚਲਾ ਗਿਆ। ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਹਨ, ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ
ਦਾਗਾਂ ਦਾਗ। ਜਿੰਨੇ ਆਪਾਂ ਦੁਨੀਆ ਦੇ ਪਦਾਰਥਾਂ ਨੂੰ ਸਵਾਦ ਨਾਲ ਛਕਦੇ ਹਾਂ, ਭੋਗਦੇ ਹਾਂ, ਜੇ ਬੰਦਗੀ ਨਾ ਕੀਤੀ ਇਹ ਸਾਰੇ ਹੀ ਮੂੰਹ ਤੇ ਕਾਲਖ ਰੂਪ ਹੋ ਕੇ ਲੱਗ ਜਾਣਗੇ। ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾਂ ਦਾਗ। ਦਾਗ ਦੋਸ਼ ਮੂੰਹ ਚੱਲਿਆ ਲਾਏ ਦਰਗਹਿ ਬੈਸਣ ਨਾਹੀ ਜਾਏ। ਦਰਗਾਹ ਵਿੱਚ ਥਾਂ ਨਹੀਂ ਮਿਲਦੀ। ਮਹੱਲਾ ਪਹਿਲਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ਼ਬਦ ਹੈ। ਜਾਲੋਂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ। ਜਿਹੜੇ ਗੁਰਮੁਖ ਨੇ, ਹੁਣ ਮਨਮੁਖ ਤਾਂ ਆਪਣਾ ਜੀਵਨ ਵਿਅਰਥ ਗਵਾ ਗਿਆ, ਜਿਹੜੇ ਗੁਰਮੁਖ ਨੇ ਉਹਨਾਂ ਦੀ ਕੀ ਰੀਤ ਹੈ? ਉਹ ਗੁਰਮੁਖ ਇਸ ਤਰ੍ਹਾਂ ਦੀਆਂ ਫਾਲਤੂ ਦੀਆਂ ਰੀਤਾਂ ਨੂੰ ਤਿਆਗ ਦਿੰਦੇ ਹਨ ਜਿਹੜੀਆਂ ਸਾਡੇ ਸਮਾਜ ਵਿੱਚ, ਸਾਡੇ ਪਰਿਵਾਰਾਂ ਵਿੱਚ ਚੱਲਦੀਆਂ ਹਨ। ਕੁਝ ਦਿਨ ਪਹਿਲਾਂ ਹੀ ਇੱਕ ਗੁਰਮੁਖ ਮਿਲਿਆ, ਆਪਣੇ ਸ਼ਹਿਰ ਦਾ ਹੀ ਹੈ। ਉਹ ਕਹਿੰਦੇ ਭਾਈ ਸਾਹਿਬ ਅਸੀਂ ਪਹਿਲਾਂ ਨਾ ਸਾਰੀਆਂ ਅਨਮਤਾਂ ਵਾਲੀਆਂ ਗੱਲਾਂ ਕਰਦੇ ਸੀ, ਹੋਰ ਮੰਨਦੇ ਸੀ, ਜਿਵੇਂ ਪੀਰਾਂ ਨੂੰ ਮੱਥਾ ਟੇਕਣਾ ਜਾਂ ਹੋਰ। ਪਰ ਉਹ ਕਹਿੰਦੇ ਜਦੋਂ ਦੀ ਮਹਾਰਾਜ ਜੀ ਦੀ ਕਿਰਪਾ ਹੋਈ, ਅੰਮ੍ਰਿਤ ਛਕ ਲਿਆ, ਹੁਣ ਤਾਂ ਕਾਫੀ ਸਮਾਂ ਹੋ ਗਿਆ ਉਹਨਾਂ ਨੂੰ, ਤਕਰੀਬਨ 25-30 ਸਾਲ ਹੋ ਗਏ ਨੇ। ਉਸ ਤੋਂ ਪਹਿਲਾਂ ਉਹ ਕਹਿੰਦੇ ਸਾਡੀਆਂ ਬੀਬੀਆਂ ਵੀ, ਅਸੀਂ ਵੀ, ਬੱਚੇ ਵੀ ਸਾਰੇ ਉਹ ਕੰਮ ਕਰਦੇ ਸੀ, ਖੇੜੇ ਨੂੰ ਮੱਥਾ ਟੇਕਣਾ, ਪੀਰਾਂ ਨੂੰ ਮੱਥਾ ਟੇਕਣਾ, ਹੋਰ ਜਿਹੜੀਆਂ ਰੀਤਾਂ ਵਿਆਹਾਂ ਵਿੱਚ ਵੀ ਜਾਂ ਕਰਨੀਆਂ। ਪਰ ਕਹਿੰਦੇ ਜਦੋਂ ਦੀ ਗੁਰੂ ਮਹਾਰਾਜ ਜੀ ਦੀ ਕਿਰਪਾ ਹੋਈ, ਅੰਮ੍ਰਿਤ ਛਕ ਲਿਆ, ਹੁਣ ਸਾਡੀਆਂ ਬੀਬੀਆਂ ਵੀ ਉਹ ਰੀਤਾਂ ਨਹੀਂ ਕਰਦੀਆਂ। ਉਹਨਾਂ ਨੇ ਵੀ ਅੰਮ੍ਰਿਤ ਛਕ ਲਿਆ, ਸਾਰੇ ਉਹ ਚੀਜ਼ਾਂ ਛੱਡ ਦਿੱਤੀਆਂ ਜਿਨ੍ਹਾਂ ਦਾ ਮਨ ਵਿੱਚ ਲੋਕਾਂ ਨੇ ਡਰ ਬਣਾਇਆ ਹੋਇਆ ਸੀ, ਸਹਿਮ ਬਣਾਇਆ ਹੋਇਆ ਸੀ, ਜੇ ਤੁਸੀਂ ਇਹ ਨਾ ਕਰੋਗੇ ਤਾਂ ਪਤਾ ਨਹੀਂ ਕੀ ਹੋ ਜਾਵੇਗਾ। ਕਈ ਵਾਰ ਆਪਾਂ ਵੇਖਦੇ ਹਾਂ ਪਰਿਵਾਰਾਂ ਵਿੱਚ ਬਜ਼ੁਰਗ ਮਾਈਆਂ ਹੁੰਦੀਆਂ ਨੇ, ਉਹ ਕਹਿੰਦੀਆਂ ਨੇ, ਕੋਈ ਵਿਆਹ ਹੋਵੇ, ਸ਼ਾਦੀ ਹੋਵੇ, ਉਹ ਕਹਿੰਦੇ ਇਹ ਰੀਤ ਕਰਨੀ ਸਾਡੀ ਕੁੱਲ ਦੀ ਚੱਲੀ ਆਉਂਦੀ ਹੈ, ਤੇ ਜੇ ਨਾ ਕੀਤਾ ਪਤਾ ਨਹੀਂ ਕੀ ਨੁਕਸਾਨ ਹੋ ਜਾਵੇਗਾ। ਇਸ ਕਰਕੇ ਡਰ ਬਣਿਆ ਰਹਿੰਦਾ। ਪਰ ਕਹਿੰਦੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ, ਬਾਣੀ ਪੜ੍ਹੀ, ਨਾਮ ਜਪਿਆ, ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦਾ ਤਿਆਗ ਕਰ ਦਿੱਤਾ। ਜਾਲੋਂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ। ਇਸ ਤਰ੍ਹਾਂ ਦੀਆਂ ਰੀਤਾਂ ਰਿਵਾਜ ਅਸੀਂ ਸਾੜ ਦਿੱਤੇ ਜਿਨ੍ਹਾਂ ਕਰਕੇ ਰੱਬ ਨਾਲੋਂ ਟੁੱਟ ਜਾਈਦਾ ਹੈ, ਜਿਨ੍ਹਾਂ ਕਰਕੇ ਨਾਮ ਨਾਲੋਂ ਟੁੱਟ ਜਾਈਦਾ ਹੈ। ਨਾਨਕ ਸਾਈ ਭਲੀ ਪ੍ਰੀਤ ਜਿਸ ਸਾਹਿਬ ਸੇਤੀ ਪਾਤਰੈ, ਉਹੀ ਭਲੀ ਪ੍ਰੀਤ ਹੈ ਜਿਸ ਕੀਤਿਆਂ ਜੀਵ ਦੀ ਮਾਲਕ ਵੱਲੋਂ ਇੱਜ਼ਤ ਰਹਿ ਜਾਂਦੀ ਹੈ, ਕਿ ਮਾਲਕ ਦੇ ਦਰ 'ਤੇ ਇਹਨੂੰ ਸ਼ਰਮਿੰਦਾ ਨਾ ਹੋਵੇ। ਜਿਵੇਂ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜਿਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀਵੀਂ ਸਾਈਂ ਦੇ ਦਰਬਾਰ। ਬਾਬਾ ਫਰੀਦ ਜੀ ਕਹਿੰਦੇ ਭਲਿਆ ਇਸ ਤਰ੍ਹਾਂ ਦੇ ਕੰਮ ਨਾ ਕਰ, ਤੈਨੂੰ ਰੱਬ ਦੇ ਦਰ ਸ਼ਰਮਿੰਦਾ ਹੋਣਾ ਪਵੇ, ਕਿਉਂਕਿ ਮਨੁੱਖ ਰੱਬ ਦੀ ਬੰਦਗੀ ਛੱਡ ਕੇ ਵੇਖੋ ਕਿਤੇ ਬਰੋਟਿਆਂ ਨੂੰ ਪੂਜੀ ਜਾਂਦਾ ਹੈ, ਕਿਤੇ ਸੱਪਾਂ ਦੀ ਪੂਜਾ ਕਰੀ ਜਾਂਦਾ ਹੈ, ਉਹਨਾਂ ਦੇ ਵੀ ਅਸਥਾਨ ਬਣਾ ਦਿੱਤੇ ਨੇ, ਕਿਤੇ ਮੜੀਆਂ ਮੱਠੀਆਂ ਨੂੰ ਪੂਜੀ ਜਾਂਦਾ ਹੈ, ਕਬਰਾਂ ਦੀ ਪੂਜਾ ਕਰੀ ਜਾਂਦਾ, ਕਿਤੇ ਬੰਦਿਆਂ ਨੂੰ ਹੀ ਰੱਬ ਬਣਾ ਕੇ ਪੂਜੀ ਜਾਂਦਾ ਵੀ ਇਹ ਬੰਦਾ ਰੱਬ ਹੈ, ਇਹਦੇ ਵਰਗਾ ਤੇ ਕੋਈ ਹੋਰ ਹੈ ਹੀ ਨਹੀਂ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਗੁਰਮੁਖ ਉਹੀ ਕੰਮ ਕਰਦੇ ਨੇ ਜਿਸ ਦੇ ਦੁਆਰਾ ਰੱਬ ਦੇ ਦਰ ਕਬੂਲ ਹੋ ਜਾਈਏ, ਪਰਮਾਤਮਾ ਦੇ ਕੋਲ ਪ੍ਰਵਾਨ ਹੋ ਜਾਈਏ। ਇਸ ਕਰਕੇ ਇਸ ਤਰ੍ਹਾਂ ਦੀਆਂ ਰੀਤਾਂ ਰਿਵਾਜਾਂ ਨੂੰ ਗੁਰਮੁਖ ਸਾੜ ਦਿੰਦੇ ਨੇ। ਆਪਾਂ ਵੇਖਦੇ ਹਾਂ, ਆਪਾਂ ਹੋਰ ਲੋਕਾਂ ਦੀ ਗੱਲ ਕਿਉਂ ਕਰੀਏ, ਸਾਡੇ ਵਿੱਚ ਅੰਮ੍ਰਿਤ ਵੀ ਛਕਿਆ ਹੁੰਦਾ ਹੈ ਤੇ ਗਿੱਟਿਆਂ ਨੂੰ ਵੀ ਧਾਗੇ ਬੰਨੇ ਹੁੰਦੇ ਨੇ, ਹੱਥਾਂ 'ਤੇ ਵੀ ਕਾਲੇ ਰੰਗ ਦੇ ਧਾਗੇ ਬੰਨੇ ਹੁੰਦੇ ਨੇ, ਕਈਆਂ ਨੇ ਡੋਲਿਆਂ 'ਤੇ ਬੰਨੇ ਹੁੰਦੇ ਨੇ, ਨਗ ਵੀ ਪਾਏ ਹੁੰਦੇ ਨੇ। ਦੱਸੋ ਕਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਖੁਸ਼ੀ ਮਿਲੇਗੀ? ਜੇ ਸਾਰੇ ਕਰਮ ਵੀ ਕਰ ਰਹੇ ਹਾਂ, ਉਹ ਬੰਦਾ ਕਿਸੇ ਪਾਸੇ ਨਹੀਂ ਰਹਿ ਜਾਂਦਾ। ਕਹਿੰਦੇ ਜਿਹੜਾ ਦੋ ਬੇੜੀਆਂ 'ਤੇ ਪੈਰ ਧਰਦਾ ਡੁੱਬਦਾ ਹੀ ਡੁੱਬਦਾ ਹੈ।
तो महाराज सच्चे पातशाह जी फरमान करते ने, नानक साई भली प्रीत ओही प्रीत चंगी है, जित साहिब सेती पात्र है। जिहदे द्वारा साहिब दे कोल जावेगा तेरी इज्जत होवेगी। क्यों ने कहना वाकई इहनूं मनुखा जन्म दिता सी, ये मनुखा वाली कर्म करता रहा है। पौड़ी हर इको दाता सेवी है, हर एक ध्याई है। धन गुरु रामदास महाराज जी का शब्द है पौड़ी वाला। धन गुरु रामदास महाराज जी कहते भाई इको रब नूं ध्याउणा करो, सारियां दा दाता इको है। किसी तरह भी डरन की लोड़ नहीं है, तुहानूं किसी जंतर मंतर तो टूणे ढागे तो डरन की लोड़ नहीं है, जेकर तुसी रब की बंदगी करते हो। तो जिमें गढ़शंकर के इलाके दे विच ना अज भी वो स्थान बनया होया है, भाई तिलकू जी का गुरुद्वारा साहब बनया होया है। भाई तिलकू जी जदों इन्होंने गुरमत धारण कर ली गुरु अर्जन देव महाराज जी तो गुरु वाले बन के सिख बन के इन्होंने नाम जपना शुरू करता। इस इलाके विच एक महेशा नाम का जोगी रहिंदा सी, वो चलीसे कटदा हुंदा सी। अज भी वेखो लोग जदों इस तरह के काम करन वाले उत्थे भीड़ बड़ी हुंदी है, लोग उधर बड़ा जाते ने। आपां गुरुद्वारे नहीं आउंदे, बाणी नाल नहीं जुड़ते, उस पासे लोग जाणगे। सारा शहर जांदा है पर भाई तिलकू नहीं जांदा। भाई तिलकू नहीं जांदा, वो नाम दे विच लगा रहिंदा है, अपना काम करदा है, सिमरन करता है, बाणी पढ़ता है, मूल मंत्र का गुर मंत्र का अभ्यास। उस महेशे योगी नूं पता लग गया भी इत्थे सिੱਖੀ का बीज बीजिया गया तो इनू तोड़िया जाए किसी तरह, क्योंकि अज ये कला है, अज एक परिवार है, कल नूं ये जिन्ने लोग मेरी मानता करते ने ये सारे मेरे नालों टुट जाणगे आखिर। क्योंकि एक दिन लोगों नूं सच्चाई का पता लगता है, पखंडी लोग इसे करके वो भरम जाल बना के रखते हैं। उन्हां सामने कोई सच्चा बंदा आवे उन्होंने वो टिकन नहीं देंदे, क्योंकि उन्होंने पता उन्होंने पता होंदा भी ये टिक गया साड़ी झूठ की दुकान बंद हो जानी है। तो उन्हें बंदे भेजे भी तेनू 2 साल का स्वर्ग देवांगा, लालचे देंदा सी चलीसा कट के जिहड़ा मेरे डेरे ते आवेगा मेरी मानता करेगा उन्होंने 1 साल का स्वर्ग मिलेगा। लोग जाते सी पर भाई तिलकू नहीं जाता। बंदे भेजे तेनू 2 साल का स्वर्ग दवावांगा। भाई तिलकू कहता मैनू स्वर्ग की लोड़ ही नहीं है, स्वर्ग बाश ना बाछी है डरी है, ना नरक निवास होना है सो होई है, मना न कीजे आस। हम भगत कबीर साहब जी जिमें कहते ने, क्या नरक क्या स्वर्ग विचारा संतन दो राधे, हम काहू की कान ना कढ़ते अपने गुर प्रसादे। की नरक की स्वर्ग कहते सानू ना स्वर्ग की इच्छा है ना नरक तो डर लगता है, असी तो दोवें रद्द दिते ने। तो फिर इन्हें अपने जिहड़ा तंत्र मंत्र सीखे सी वो जतन किए बड़े ने, पर जिथे गुरु जिहड़े घर विच गुरमुखो मूल मंत्र का अभ्यास हुंदा है, बाणी पढ़ी जाती है, ये पहला नहीं अज भी है। तुसी अपने घर विच रोज़ बाणी पढ़ो, नाम जपो, कोई धागा तवीत जंतर मंत्र तंत्र तुहाडा कुछ नहीं बिगाड़ सकता, तुहाडा वाल भी विंगा नहीं कर सकता, क्योंकि बाणी रखिया करदी है। बाणी सानू बल देंदी है, साडी रखिया करदी हर एक थां ते। ओदियां सारियां ये कालियां शक्तियां फेल हो गईयां, फिर वो आप चल के आया। भाई तिलकू जी ने दरवाज़ा बंद करता सी, कहते तेरे वर्गे बंदे दे असीं मत्थे नहीं लगते, जिहड़ा रब नालों तोड़ के अपनी पूजा करांदा है, क्योंकि उन्होंने पापी कहा गया है। बाणी विच वड्डा पापी कहा गया है, जो गुर गोपे अपने ते नर मुरियारी, हर जियो तिनका दर्शन ना करो पापिष्ट हत्यारी। तो उस समय फिर उन्हें मिन्नतां कीतियां, मैनू दर्शन दिओ, मैं तुहाडे दर्शन करन वास्ते आया, तुहानू तुहाडे गुरु दा वास्ता।
ਭਾਈ ਤਿਲਕੂ ਨੇ ਫਿਰ ਦਰਵਾਜ਼ਾ ਖੋਲ੍ਹਿਆ ਤੇ ਉਹਨੇ ਆਖਿਆ, ਤੇਰੇ ਵਿੱਚ ਇੰਨੀ ਸ਼ਕਤੀ, ਤੂੰ ਗ੍ਰਸਤੀ ਬੰਦਾ, ਮੈਂ ਜੋਗੀ, ਇੰਨੀ ਸਾਧਨਾ ਕੀਤੀ ਹੋਈ। ਤਾਂ ਭਾਈ ਤਿਲਕੂ ਕਹਿੰਦਾ, ਇਹ ਗੁਰੂ ਦੀ ਬਾਣੀ ਦੀ ਕਿਰਪਾ ਹੈ, ਗੁਰੂ ਦੀ ਕਿਰਪਾ ਹੈ। ਫਿਰ ਇਹ ਮਹੇਸ਼ਾ ਜੋਗੀ ਵੀ ਗੁਰੂ ਮਹਾਰਾਜ ਜੀ ਦੀ ਸ਼ਰਨ ਵਿੱਚ ਆਇਆ ਤੇ ਬਖਸ਼ਿਆ ਗਿਆ ਸੀ। ਤੋ ਪਾਤਸ਼ਾਹ ਫਰਮਾਨ ਕਰਦੇ ਨੇ, ਦਾਤਾ ਕੇਵਲ ਇੱਕੋ ਦਾਤਾ ਦੇਣ ਵਾਲਾ ਹੈ, ਇਸ ਕਰਕੇ ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ। ਕਿਸੇ ਮੜੀ ਮੱਟੀ ਦੀ, ਕਿਸੇ ਜੋਗੀ ਦੀ, ਕਿਸੇ ਐਵੇਂ ਪਖੰਡੀ ਦੀ ਪੂਜਾ ਨਹੀਂ ਕਰਨੀ, ਇੱਕ ਰੱਬ ਦੀ ਪੂਜਾ ਕਰਨੀ ਹੈ। ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ। ਹਰ ਇੱਕੋ ਦਾਤਾ ਮੰਗੀਐ, ਮਨ ਚਿੰਦਿਆ ਪਾਈਐ। ਇੱਕੋ ਦਾਤੇ ਰੱਬ ਕੋਲੋਂ ਮੰਗਿਆ ਕਰੋ, ਜੋ ਵੀ ਮੰਗਣਾ ਹੈ ਰੱਬ ਕੋਲੋਂ ਮੰਗਣਾ ਹੈ। ਮਨ ਇੱਛਤ ਫਲ ਦੀ ਪ੍ਰਾਪਤੀ ਹੋਵੇਗੀ, ਰੱਬ ਸਾਰਾ ਕੁਝ ਹੀ ਦਿੰਦਾ ਹੈ। ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਜੇ ਉਸ ਵਾਹਿਗੁਰੂ ਨੂੰ ਛੱਡ ਕੇ ਆਪਾਂ ਹੋਰ ਥਾਂ ਤੇ ਜਾਵਾਂਗੇ ਤਾਂ ਸ਼ਰਮਸ਼ਾਰ ਹੋ ਕੇ ਆਤਮਿਕ ਜੀਵਨ ਸਾਡਾ ਖਤਮ ਹੋਵੇਗਾ। ਜਿਵੇਂ ਕਹਿੰਦੇ ਬੰਦਾ ਲੱਜਾ ਨਾਲ ਮਰ ਗਿਆ, ਸ਼ਰਮ ਨਾਲ ਹੀ ਮਰ ਗਿਆ ਨਾ, ਕਹਿੰਦੇ ਉਹੀ ਹਾਲ ਮਨੁੱਖ ਦਾ ਹੁੰਦਾ। ਜੇ ਰੱਬ ਨੂੰ ਛੱਡ ਕੇ ਹੋਰ ਥਾਵਾਂ ਤੇ ਜਾਂਦਾ ਹੈ ਤੇ ਲੱਜਤ ਹੁੰਦਾ ਹੈ, ਸ਼ਰਮਸ਼ਾਰ ਹੁੰਦਾ ਹੈ। ਜਿਨ ਸੇਵਿਆ ਤਿਨ ਫਲ ਪਾਇਆ, ਤੇ ਜਨ ਕੀ ਸਭ ਭੁੱਖ ਗਵਾਈ ਹੈ। ਜਿਨ੍ਹਾਂ ਨੇ ਰੱਬ ਦਾ ਨਾਮ ਜਪਿਆ, ਸਿਮਰਿਆ, ਉਹਨਾਂ ਨੂੰ ਹਰ ਇੱਕ ਫਲ ਮਿਲਿਆ। ਉਹਨਾਂ ਦੀਆਂ ਸਾਰੀਆਂ ਭੁੱਖਾਂ ਦੂਰ ਹੋਈਆਂ ਨੇ। ਨਾਨਕ ਤਿਨ ਵਿਟੋਂ ਵਾਰਿਆ, ਜਿਨ ਅੰਧਨ ਹਿਰਦੈ ਅਰ ਨਾਮ ਧਿਆਈ ਹੈ। ਮਹਾਰਾਜ ਕਹਿੰਦੇ, ਅਸੀਂ ਉਹਨਾਂ ਗੁਰਮੁਖਾਂ ਤੋਂ ਸਦਕੇ ਜਾਂਦੇ ਹਾਂ ਜਿਨ੍ਹਾਂ ਨੇ ਹਰ ਰੋਜ਼ ਕੇਵਲ ਵਾਹਿਗੁਰੂ ਦਾ ਨਾਮ ਜਪਿਆ ਹੈ, ਸਿਮਰਨ ਕੀਤਾ, ਰੱਬ ਦੀ ਬੰਦਗੀ ਕੀਤੀ ਹੈ। ਉਹਨਾਂ ਤੋਂ ਸਦਕੇ ਜਾਈਏ। ਬੜੇ ਭਰੋਸੇ ਵਾਲੇ ਨੇ, ਬੜੀ ਦ੍ਰਿੜਤਾ ਵਾਲੇ ਨੇ, ਬੜੇ ਸਿਦਕਵਾਨ ਨੇ, ਜਿਨ੍ਹਾਂ ਨੇ ਦੁੱਖ ਸੁੱਖ ਗਰੀਬੀ ਵੀਰੀ ਸਭ ਦੇ ਵਿੱਚ ਰੱਬ ਦਾ ਲੜ ਨਹੀਂ ਛੱਡਿਆ, ਬੰਦਗੀ ਕਰਦੇ ਰਹੇ। ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਪਾਵਨ ਬਾਣੀ ਦੁਆਰਾ ਉਪਦੇਸ਼ ਬਖਸ਼ਿਆ ਹੈ। ਸਤਿਗੁਰੂ ਦੀ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।